ਬਾਦਲਾਂ ਨੇ ਪਿਛਲੇ 8 ਸਾਲ ਦੇ ਵਿੱਚ ਇਹਨਾਂ ਨੇ ਗੁਰਦੁਆਰਾ ਕਮੇਟੀ ਨੂੰ ਲੁੱਟ ਕੇ ਖਾਧਾ। ਬਾਦਲਾਂ ਦਾ ਸਿਰਫ ਕੰਮ ਹੈਗਾ ਪੈਸਾ। ਇਹ ਟਿਕਟ ਉਹਨੂੰ ਦਿੰਦੇ ਨੇ ਜਿਹੜੇ ਇਹਨਾਂ ਨੂੰ ਪੈਸੇ ਦੇਣ। ਤੇਰੀ ਜਿਹੜੀ ਵਡੇਰੀ ਹੈ ਹਰਸਿਮਰਤ ਕੌਰ ਬਾਦਲ ਹੈ, ਉਸਨੇ ਕੈਬਨਿਟ ਵਿੱਚ ਪਾਸ ਕੀਤਾ ਕਿਸਾਨਾਂ ਦੇ ਖਿਲਾਫ ਬਿੱਲ ਹੈ, ਦਸਤਖਤ ਕੀਤੇ ਹੋਏ। ਜਦ ਉਹਨੇ ਵਿਰੋਧ ਫਿਰ ਇਹ ਮਨਾਉਣ ਗਈ ਹੈ, ਦੇਖੋ ਜੀ ਇਹ ਬਿੱਲ ਬੜਾ ਵਧੀਆ ਹੈ। ਫਿਰ ਜਦ ਲੋਕਾਂ ਨੇ ਵਿਰੋਧ ਕੀਤਾ ਕਿਸਾਨਾਂ ਨੇ, ਇਹਨਾਂ ਨੇ ਕਹਿੰਦਾ ਸਾਡੀ ਤੇ ਅੱਗੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਕੇ ਇਹ 65 ਤੋਂ 14 ਤੇ ਆ ਗਏ। ਹੁਣ ਕਿਸਾਨਾਂ ਦੇ ਵਿਰੋਧ ਤੋਂ ਬਾਅਦ 14 ਤੋਂ ਆ ਜਾਣਗੇ 2 ਤੇ। ਦਿੱਲੀ ਦੇ ਫੈਸਲੇ ਚੰਡੀਗੜ੍ਹੋਂ ਕਰਨ ਜਾਂ ਹੋਰ ਆਪਣੇ ਜਾ ਕੇ ਲੰਬੀ ਤੋਂ ਕਰਨ, ਉਹ ਸਾਨੂੰ ਮਨਜ਼ੂਰ ਨਹੀਂ ਹੈਗਾ। ਇਹਨਾਂ ਨੇ ਕੌਮ ਨੂੰ ਬੜਾ ਰੋਲਿਆ ਬਾਦਲਾਂ ਨੇ, ਹੋਰ ਅਸੀਂ ਰੋਲਣ ਦੀ ਇਜਾਜ਼ਤ ਇਹਨਾਂ ਨੂੰ ਨਹੀਂ ਦੇ ਸਕਦੇ। ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸਰਦਾਰ ਹਰਵਿੰਦਰ ਸਿੰਘ ਸਰਨਾ, ਜੋ ਕਿ ਇਸ ਵਾਰ ਪੰਜਾਬੀ ਬਾਗ ਗੁਰਦੁਆਰਾ ਚੋਣ ਹਲਕਾ ਉਸ ਤੋਂ ਇਲੈਕਸ਼ਨ ਵੀ ਲੜ ਰਹੇ ਨੇ। ਸਰਨਾ ਸਾਹਿਬ, ਸਭ ਤੋਂ ਪਹਿਲਾਂ ਇਹ ਦੱਸੋ ਕਿ ਇਸ ਵਾਰੀ ਜਿਹੜੇ ਪਾਰਟੀ ਦੇ ਚੋਣ ਮੁੱਦੇ ਕਿਹੜੇ ਹੋਣਗੇ? ਸਾਡੇ ਦੇ ਕਲੀਅਰ ਕੱਟ ਮੁੱਦੇ ਹੈਗੇ ਜੀ, ਵੀ ਜਿਹੜਾ ਪ੍ਰਬੰਧ ਇਹਨਾਂ ਨੇ ਬਾਦਲਾਂ ਨੇ ਪਿਛਲੇ 8 ਸਾਲ ਦੇ ਵਿੱਚ 3 ਮੇਨ ਪਿਲਰ ਹੁੰਦੇ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ। ਪਹਿਲਾ ਪਿਲਰ ਹੈ ਧਰਮ ਪ੍ਰਚਾਰ ਦਾ, ਦੂਸਰਾ ਪਿਲਰ ਹੈ ਫਾਈਨੈਂਸਿਸ ਦਾ, ਤੀਸਰਾ ਹੈਗਾ ਐਜੂਕੇਸ਼ਨ ਦਾ ਅਤੇ ਹੈਲਥ ਦਾ। ਇਹ 4 ਪਿਲਰ ਹੈਗੇ। ਇਹ ਸਾਰੇ ਹੀ ਦਰਮ ਬਰਮ ਹੋ ਚੁੱਕੇ ਨੇ। ਫਾਈਨੈਂਸਿਸ ਗੁਰਦੁਆਰਾ ਕਮੇਟੀ ਦੀਆਂ ਤੁਹਾਨੂੰ ਪਤਾ ਹੀ ਹੈ ਖਤਮ ਹੋ ਚੁੱਕੀਆਂ ਨੇ। ਕੀ ਇਹ ਤੁਸੀਂ ਮੰਨਦੇ ਹੋ ਇਹ ਸਾਰੇ ਖੇਤਰਾਂ 'ਚ ਨਾਕਾਮ ਹੋ ਚੁੱਕੇ ਨੇ? ਨਾਕਾਮ ਨਹੀਂ, ਬੜੀ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਨੇ। ਉਹਦਾ ਕਾਰਨ ਇਹ ਹੈਗਾ ਵੀ ਇਹਨਾਂ ਨੇ ਗੁਰਦੁਆਰਾ ਕਮੇਟੀ ਨੂੰ ਲੁੱਟ ਕੇ ਖਾਧਾ ਹੈ। 125 ਕਰੋੜ ਰੁਪਇਆ ਜਿਹੜਾ ਅਸੀਂ ਪ੍ਰੀਸਾਈਜ਼ਲੀ 123 ਕਰੋੜ ਛੱਡ ਕੇ ਆਏ ਹਾਂ ਉਹ, ਔਰ 225 ਕਰੋੜ ਦੇ ਅਸੀਂ ਕੰਮ ਵੀ ਕਰਾ ਕੇ ਆਏ ਹੋਏ ਹਾਂ। 350 ਕਰੋੜ ਰੁਪਇਆ ਸਾਡੇ ਟੈਨਿਓਰ ਦਾ ਇਹ ਬਣਦਾ ਹੈ। ਇਹ 8 ਸਾਲਾਂ ਦੇ ਵਿੱਚ ਇਹਨਾਂ ਨੇ ਇੱਕ ਪੈਸੇ ਦਾ ਕੰਮ ਨਹੀਂ ਕੀਤਾ। ਇਹਨਾਂ ਕੋਲ ਘੱਟੋ ਘੱਟ 500-600 ਕਰੋੜ ਰੁਪਇਆ ਉਸ ਤੋਂ ਇਲਾਵਾ ਜਮ੍ਹਾਂ ਹੋਣਾ ਚਾਹੀਦਾ ਸੀ, ਉਹ ਵੀ ਗਿਆ। 150-200 ਕਰੋੜ ਰੁਪਏ ਦਾ ਕਰਜ਼ਾ ਵੀ ਛੱਡ ਕੇ ਜਾ ਰਹੇ ਨੇ, ਜਿਹੜਾ ਮੈਂ ਘੱਟੋ ਘੱਟ ਕਹਿ ਰਿਹਾ। ਔਰ ਇਤਨੀ ਭਾਰੀ ਲੁੱਟ ਮਾਰ ਦੇ ਵਿੱਚ ਬੜਾ ਵੱਡਾ ਇੱਕ ਸੰਗਤਾਂ ਨੂੰ ਸਹਿਯੋਗ ਵੀ ਦੇਣਾ ਪੈਣਾ ਹੈ, ਅਤੇ ਇਹ ਸੰਗਤਾਂ ਦਾ ਦੈਤ ਵੀ ਨਾਲ ਸਾਡੇ ਨਾਲ ਹੋਏਗਾ ਵੀ ਇਹ ਇਤਨੇ ਫੇਲੀਅਰ ਦੇ ਬਾਵਜੂਦ ਅਸੀਂ ਇਸ ਕਮੇਟੀ ਨੂੰ ਸੰਭਾਲਣ ਦੀ ਸਮਰੱਥਾ ਰੱਖਾਂਗੇ। ਐਜੂਕੇਸ਼ਨ ਖੇਤਰ ਦੇ ਵਿੱਚ ਸਾਡੇ ਸਕੂਲਾਂ ਦੀ ਜਿਹੜੀ ਨਫਰੀ ਹੈਗੀ ਸਟੂਡੈਂਟ ਦੀ, ਉਹ 23,000 ਤੋਂ ਘੱਟ ਕੇ 16,000 ਤੱਕ, 16,500 ਤੱਕ ਰਹਿ ਗਈ ਹੈਗੀ। ਇਹ ਸਕੂਲਾਂ ਦੀ ਜਿਹੜੀ ਇੰਨੀ ਬੁਰੀ ਹਾਲਤ ਹੋਈ, ਇਹਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਹੈ? ਕਿਸ ਤਰ੍ਹਾਂ ਮੰਨਦੇ ਹੋ ਕਿ ਸਕੂਲ ਇੰਨੀ ਬੁਰੀ ਹਾਲਤ ਜਾਣੇ ਕਿਸ ਤਰ੍ਹਾਂ ਸ਼ੁਰੂ ਹੋਏ? ਮੈਂ ਤੁਹਾਨੂੰ ਦੱਸਾਂ ਕੀ ਹੈ ਇਹਨਾਂ ਨੇ ਕੀਤਾ ਕੀ ਹੈ ਜੀ। ਇਹਨਾਂ ਦਾ 1 ਪੁਆਇੰਟ ਪ੍ਰੋਗਰਾਮ ਰਿਹਾ ਜੀ ਬਾਦਲਾਂ ਦਾ, ਕਿਉਂਕਿ ਬਾਦਲਾਂ ਦਾ ਸਿਰਫ ਕੰਮ ਹੈਗਾ ਪੈਸਾ। ਇਹ ਟਿਕਟ ਉਹਨੂੰ ਦਿੰਦੇ ਨੇ ਜਿਹੜੇ ਇਹਨਾਂ ਨੂੰ ਪੈਸੇ ਦੇਣ। ਸਾਡੇ ਵਕਤ ਸਕੂਲ ਜਿਹੜੇ ਸਨ, ਜਦ ਪਰਮਜੀਤ ਸਿੰਘ ਸਰਨਾ ਨੇ ਪ੍ਰਬੰਧ ਸੰਭਾਲਿਆ ਸੀ, ਤਾਂ ਵੀ ਸਕੂਲਾਂ ਕੋਲ ਪੈਸਾ ਨਹੀਂ ਸੀ ਹੁੰਦਾ। ਉਹ ਪੈਸਾ ਗੁਰਦੁਆਰਾ ਕਮੇਟੀ 'ਚੋਂ ਤਨਖਾਹਾਂ ਜਾਂਦੀਆਂ ਸਨ, ਜਿਹੜਾ ਕਿ ਆਸਤਾ ਆਸਤਾ ਅਸੀਂ ਪ੍ਰਬੰਧ ਨੂੰ ਇਸ ਲੈਵਲ 'ਤੇ ਲਿਆਏ ਵੀ ਸਕੂਲ ਸੈਲਫ ਸਫੀਸ਼ੀਐਂਟ ਹੋ ਗਏ। ਉਸ ਤੋਂ ਬਾਅਦ ਉਹਨਾਂ ਨੇ ਪੈਸਾ ਬਚਾਉਣਾ ਸ਼ੁਰੂ ਕਰ ਦਿੱਤਾ। ਪਰ ਉਹ ਕਹਿੰਦੇ ਕਿ ਇਹ ਦੇਣਦਾਰੀ ਤੁਸੀਂ ਛੋੜ ਕੇ ਗਏ ਹੋ, ਉਹਦੇ ਕਾਰਨ ਹੀ ਸਕੂਲਾਂ ਦਾ ਸਭ ਕੁਝ ਦੇਣਦਾਰੀ ਛੱਡ ਕੇ ਗਏ ਹਾਂ ਤਾਂ ਅਸੀਂ ਇਲੈਕਸ਼ਨ ਅਰੇਨੇ 'ਚੋਂ ਬਾਹਰ ਹੋ ਜਾਵਾਂਗੇ। ਜੇ ਅਸੀਂ ਸਪੇ ਕਮਿਸ਼ਨ ਦੀ ਗੱਲ ਕਰਦੇ ਕਿ ਸਾਰੀਆਂ ਤਨਖਾਹਾਂ 2007 ਤੋਂ ਏਰੀਅਰ ਸੀ ਸਾਰਾ। ਦੇਖੋ ਮੇਰੀ ਗੱਲ ਸੁਣੋ, ਕੰਮ ਤੁਸੀਂ ਨਾ ਕਰੋ। ਤੁਸੀਂ ਕਹੋ ਜੀ ਜਿਹੜੀ ਕਮਿਟਮੈਂਟ ਪਰਮਜੀਤ ਸਿੰਘ ਸਰਨਾ ਕਰਕੇ ਗਿਆ ਹੈ, ਉਸੇ ਕੋਲ ਜਾ ਕੇ ਲਵੋ ਪੈਸੇ। ਇਹ ਅਸੀਂ ਤੁਹਾਨੂੰ ਅੱਗੇ ਵੀ ਦੱਸ ਬੈਠੇ ਹਾਂ। ਅਸੀਂ ਉਹਨਾਂ ਨਾਲ ਤੈਅਸ਼ੁਦਾ ਦਿੱਲੀ ਦੀ ਸਰਕਾਰ ਦੇ ਵਿੱਚ ਬੈਠ ਕੇ ਗੱਲ ਤੈਅ ਕੀਤੀ ਵੀ ਸਾਡਾ 6 ਵੇ ਕਮਿਸ਼ਨ 1 ਫਰਵਰੀ ਤੋਂ ਲਾਗੂ ਹੋਏਗਾ। ਕਿਹੜੇ ਸਾਲ 'ਚ? 2013 ਦੇ ਵਿੱਚ। ਇਹ ਅਸੀਂ ਚਿੱਠੀ ਲਿਖ ਕੇ ਡਿਪਾਰਟਮੈਂਟ ਨੂੰ ਵੀ ਦਿੱਤੀ, ਉਹਨਾਂ ਦੇ ਰਿਕਾਰਡ ਵਿੱਚ ਵੀ ਪਈ ਹੈ, ਇਹਨਾਂ ਦੇ ਰਿਕਾਰਡ ਵਿੱਚ ਵੀ ਪਈ ਹੈ, ਸਾਡੇ ਕੋਲ ਵੀ ਪਈ ਹੈ। ਉਹ ਚਿੱਠੀ ਇਹਨਾਂ ਨੂੰ ਅਸੀਂ ਦੇ ਦਿੱਤੀ। ਤੁਸੀਂ ਉਸ ਚਿੱਠੀ ਦੇ ਮੁਤਾਬਕ ਆਪਣਾ ਇਕਰਾਰਨਾਮਾ ਪੂਰਾ ਕਰੋ। ਉਹਦੇ ਵਿੱਚ ਤੇ 10-15 ਕਰੋੜ 'ਚ ਸਾਰਾ ਨਿਬੇੜਾ ਹੋ ਜਾਣਾ ਸੀ, ਔਰ ਇਤਨੇ ਕੁ ਪੈਸੇ ਸਕੂਲਾਂ 'ਚ ਪਏ ਹੋਏ ਸਨ। ਹੁਣ ਜਿਹੜਾ ਉਸ ਤੋਂ ਬਾਅਦ ਜਿਹੜੇ ਐਮਪਲਾਈ ਉੱਥੇ ਕੋਰਟ ਵਿੱਚ ਗਏ, ਉਹਦੇ ਕਾਰਨ ਹੁਣ ਜਿੰਨਾ ਏਰੀਅਰ ਬਚਿਆ 2007 ਦਾ, ਇਹ ਕਿੰਨੇ ਕੁ ਕਰੋੜਾਂ ਦਾ ਹੋਏਗਾ? ਦੇਖੋ ਮੇਰੀ ਗੱਲ ਸੁਣੋ, ਹੁਣ ਇਹਨਾਂ ਨੇ ਮੁਕੱਦਮੇ ਲੜਨੇ ਬੰਦ ਕਰਤੇ। ਮੁਕੱਦਮਿਆਂ ਦੀ ਪੈਰਵੀ ਜਿਹੜੀ ਹੈ ਇਹਨਾਂ ਦੀ ਗਲਤ ਸ਼ੁਰੂ ਹੋ ਗਈ। ਉਹ ਇਹਨਾਂ ਕੋਲ 1 ਸਾਲ ਧੱਕੇ ਖਾਂਦੇ ਰਹੇ ਵੀ ਜਿਹੜੀ ਪਿਛਲੀ ਕਮੇਟੀ
ਔਰ ਗਜ਼ਬ ਦੀ ਗੱਲ ਹੈ, ਇਹਨਾਂ ਨੇ ਜਕਾਰਿਆਂ ਦੀ ਗੂੰਜ ਦੇ ਵਿੱਚ ਇਹਦੀ ਪ੍ਰਵਾਨਗੀ ਦਿੱਤੀ। 2013 ਦੀਆਂ ਇਲੈਕਸ਼ਨਾਂ ਜਿੱਤਣ ਤੋਂ ਬਾਅਦ ਇਹਨਾਂ ਨੇ ਪ੍ਰਵਾਨਗੀ ਦਿੱਤੀ ਬਈ ਅਸੀਂ 6th ਪੇ ਕਮਿਸ਼ਨ ਲਾਗੂ ਕਰਤਾ। ਸੈਂਟੂਰ ਹੋਟਲ ਦੇ ਵਿੱਚ ਪਾਰਟੀ ਸੀ, ਹਿੱਤ ਉਹਦਾ ਚੇਅਰਮੈਨ ਸੀ, ਉਹਨਾਂ ਨੇ ਬੜੀਆਂ ਤਾੜੀਆਂ ਮਾਰੀਆਂ। ਹਿੱਤ ਨੇ ਕਿਹਾ ਜੀ ਇਹ 1 ਫਰਵਰੀ ਤੋਂ ਲਾਗੂ ਹੋਣਗਾ, ਉਹਨਾਂ ਨੇ ਫਿਰ ਵੀ ਤਾੜੀਆਂ ਮਾਰਤੀਆਂ ਵੀ ਚਲੋ ਸਾਨੂੰ 1 ਫਰਵਰੀ ਤੋਂ ਹੀ ਮਨਜ਼ੂਰ ਹੈਗਾ। ਇਹ ਰਿਕਾਰਡਡ ਹੈਗੀਆਂ ਸਾਰੀਆਂ ਗੱਲਾਂ, ਇਹ ਨਹੀਂ ਹੈਗਾ ਮੈਂ ਗੱਲਾਂ ਮਾਰ ਰਿਹਾ, ਇਹ ਰਿਕਾਰਡਡ ਹੈਗੀਆਂ ਸਾਰੀਆਂ ਗੱਲਾਂ, ਤੁਹਾਨੂੰ ਚਾਹੀਦੀਆਂ ਹੋਣਗੀਆਂ, ਤੁਹਾਨੂੰ ਮਿਲ ਜਾਣਗੀਆਂ। ਔਰ ਇਹਨਾਂ ਨੇ ਉਸ ਤੋਂ ਬਾਅਦ ਇਹ ਜਦ ਟੀਚਰ ਇਹਦੇ ਕੋਲ ਗਏ, ਸਰਸਾ ਕਹਿੰਦਾ ਜੀ ਮੇਰਾ ਕੀ ਸਰਨਿਆਂ ਦਾ ਕੀ ਕਰ ਲਿਆ ਤੇ ਮੇਰਾ ਕੀ ਕਰ ਲੈਣਗੇ। ਮੈਂ ਹੁਣ ਲਫ਼ਜ਼ ਇਸਨੇ ਹੋਰ ਭੈੜੇ ਵਰਤੇ ਸਨ, ਮੈਂ ਉਹ ਸੋਸ਼ਲ ਮੀਡੀਆ 'ਤੇ ਨਹੀਂ ਵਰਤ ਸਕਦਾ, ਬੜੇ ਭੈੜੇ ਲਫ਼ਜ਼ਾਂ ਦੇ ਵਿੱਚ ਇਸਨੇ ਇਨਕਾਰ ਕਰਤਾ। ਉਹ ਜਿਹੜੇ ਸਨ ਆਲਰੇਡੀ ਕੋਰਟ ਦੇ ਵਿੱਚ ਸਨ, ਉਹਨਾਂ ਨੇ ਕੋਰਟ ਦੀ ਕਾਰਵਾਈ ਹੋਰ ਤੇਜ਼ ਕਰਤੀ। ਇਹਨਾਂ ਨੇ ਕੋਰਟ ਦੀ ਕਾਰਵਾਈ ਨੂੰ ਮੰਨਣ ਤੋਂ ਇਨਕਾਰ ਕਰਤਾ। ਇਹਨਾਂ ਨੇ ਸਮਝਿਆ ਵੀ 2014 'ਚ ਮੋਦੀ ਇਲੈਕਸ਼ਨ ਜਿੱਤ ਗਿਆ ਸੀ, ਪ੍ਰਧਾਨ ਮੰਤਰੀ ਬਣ ਗਏ। ਇਹਨਾਂ ਨੇ ਕੋਰਟ ਨੂੰ ਵੀ ਟਿੱਚ ਸਮਝਿਆ। ਹੁਣ ਜਦ ਕੋਰਟ ਨੂੰ ਟਿੱਚ ਸਮਝਿਆ, ਉਹਨਾਂ ਨੇ ਇਹ ਫੈਸਲਾ ਦੇ ਦਿੱਤਾ ਕੋਰਟ ਨੇ ਅਲਟੀਮੇਟਲੀ। ਇਹਨਾਂ ਨੇ ਬੇਵਕੂਫੀ ਇਹ ਕੀਤੀ, ਇਹਨਾਂ ਨੇ ਕੋਰਟ ਦੀ ਜਿਹੜੀ ਹੈਗੀ ਵਿਚੋਲਗੀ ਨੂੰ ਪ੍ਰਵਾਨ ਕਰ ਲਿਆ ਵੀ ਚਲੋ ਜੀ ਜੋ ਕੋਰਟ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੈ। ਉਹ ਗੀਤਾ ਮਿੱਤਲ ਜੱਜ ਹੁੰਦੀ ਸੀ, ਉਸਨੇ ਜਿਹੜਾ 1 ਫਰਵਰੀ 2013 ਤੋਂ ਲੱਗਣਾ ਸੀ ਉਸਨੇ 2006 ਤੋਂ ਲਗਾਤਾ। ਇਹ ਪੇਸ਼ ਹੀ ਨਹੀਂ ਸਨ ਹੁੰਦੇ, ਉਸਨੂੰ ਇਸ ਗੱਲ ਦੀ ਬੜੀ ਕਿੜ ਸੀ, ਨਾਲ ਹੀ ਉਹਨੇ ਇੰਟਰਸਟ ਠੋਕਤਾ। ਇਹ ਤਾਂ ਵੀ ਕੰਮ ਸੁੱਟ ਜਾਣਾ ਸੀ ਜੇ ਇਹ ਬੰਦਿਆਂ ਦੀ ਤਰ੍ਹਾਂ ਕੰਮ ਕਰਦੇ। ਪਰ ਦੇਖੋ ਜਦ ਪੈਸਾ ਤੁਸੀਂ ਖਾਣ, ਸਾਰੇ ਸਕੂਲਾਂ ਦੇ ਵਿੱਚ 55 ਕਰੋੜ ਰੁਪਇਆ ਸਾਡਾ ਜਮ੍ਹਾਂ ਪੂੰਜੀ ਸੀ। ਬਾਈ ਤੁਸੀਂ ਪੈਸਾ ਦੇ ਕੇ ਕੁਝ ਫਰਕ ਕਰ ਸਕਦੇ ਹੋ, ਤੁਸੀਂ ਹੋਰ ਸਟਾਫ ਭਰਤੀ ਕਰ ਰਹੇ ਹੋ। ਤੁਸੀਂ 582 ਸਟਾਫ ਇਹਨਾਂ ਨੇ ਗੁਰਦੁਆਰਾ ਕਮੇਟੀ 'ਚ ਰੱਖਿਆ ਹੈ। ਕਦੋਂ ਦਾ ਕਿਸ ਟਾਈਮ? ਇਹਨਾਂ ਪਿਛਲੇ 8 ਸਾਲਾਂ 'ਚ 380 ਸਟਾਫ ਇਹਨਾਂ ਨੇ ਬਿਲ ਮੁਕਤਾ ਰੱਖਿਆ ਹੋਇਆ ਹੈ। 960 ਬੰਦਾ ਇਹਨਾਂ ਨੇ ਸਟਾਫ ਦਾ ਰੱਖਿਆ ਹੈ। 85 ਟੀਚਰਾਂ ਇਹਨਾਂ ਨੇ ਭਰਤੀ ਕੀਤੀਆਂ ਹੋਈਆਂ ਹਨ। ਇਹਨਾਂ ਨੇ ਜਿਹੜਾ ਕਿ ਸਾਡਾ ਹਰ ਸਕੂਲ ਦਾ ਸੈਂਟਰਲਾਈਜ਼ ਇੱਕ ਅਕਾਊਂਟ ਅਲੱਗ ਹੁੰਦਾ ਸੀ, ਇਹਨਾਂ ਨੇ ਖਾਣ ਵਾਸਤੇ ਇਹਨਾਂ ਨੇ ਸਾਰਾ ਅਕਾਊਂਟ ਜਿਹੜਾ ਸੈਂਟਰਲਾਈਜ਼ਡ ਕਰਤਾ। ਸੈਂਟਰਲਾਈਜ਼ ਤੋਂ ਕਹਿੰਦੇ ਕਿ ਸਾਰਿਆਂ ਨੂੰ ਇੱਕੋ ਟਾਈਮ ਤਨਖਾਹ ਮਿਲ ਜਾਏ, ਤਾਂ ਕਰਕੇ ਕੀਤਾ। ਮਿਲ ਗਈ ਇੱਕੋ ਟਾਈਮ, ਇਹਨਾਂ ਦੇ ਕਰਨ ਨਾਲ ਮਿਲ ਗਈ। ਹੁਣ ਦੁਬਾਰਾ ਇਹਨਾਂ ਨੇ ਫਿਰ ਚੇਂਜ ਕਰਤਾ। ਨਾ ਮਾਇਆ ਮਿਲੀ ਨਾ ਰਾਮ। ਤੇ ਇਹ ਸਾਰੀਆਂ ਸਾਰੀਆਂ ਚੀਜ਼ਾਂ ਇਹ ਜੋ ਪੁਰਾਣੀਆਂ ਹੈਗੀਆਂ ਜੋ 2013 ਦੀਆਂ, ਤੇ ਇਹ ਸਾਰੀਆਂ ਚੀਜ਼ਾਂ ਪਹਿਲੇ ਵੀ ਉੱਠਦੀਆਂ ਸੀ, ਲੇਕਿਨ ਉਸ ਤੋਂ ਬਾਅਦ ਵੀ 2017 ਉਸ ਦੇ ਬਾਵਜੂਦ ਫਿਰ ਇਹ ਜਿੱਤ ਗਏ। ਦੇਖੋ ਜੀ ਜਿੱਤ ਦੇ ਕਈ ਕਾਰਨ ਸਨ। ਸਰਕਾਰਾਂ ਦੀ ਸਾਂਝ ਵੀ ਸੀ, ਉਸ ਵਕਤ ਸਰਕਾਰ ਵਿੱਚ ਸਨ। ਸਰਕਾਰਾਂ ਨੇ, ਦਿੱਲੀ ਪੁਲਿਸ ਨੇ, ਇਹਨਾਂ ਨੇ ਇਹ ਜਿੱਤੇ ਨਹੀਂ ਹੈਗੀ। ਇਹਨਾਂ ਨੇ ਪਿਛਲੀ ਇਲੈਕਸ਼ਨ ਰਿਗ ਕੀਤੀ ਹੈਗੀ, ਰਿਗਿੰਗ ਹੋਈ ਹੈ ਬੜੇ ਭਾਰੀ ਲੈਵਲ ਦੇ ਉੱਪਰ। ਉਸ ਰਿਗਿੰਗ ਦੇ ਵਿੱਚ ਜਿੱਤੇ ਹੈਗੇ। ਉਹਦੇ ਵਿੱਚ ਪਿਛਲਾ ਡਾਇਰੈਕਟਰ ਵੀ ਮਿਲਿਆ ਹੋਇਆ ਸੀ ਇਹਨਾਂ ਦੇ ਨਾਲ। ਉਹ ਡਾਇਰੈਕਟਰ ਵਿਚਾਰੇ ਤੇ ਪੌਨਸ ਹੁੰਦੇ ਨੇ, ਉਹਨਾਂ ਦਾ ਕੋਈ ਨਹੀਂ ਹੁੰਦਾ, ਉੱਤੋਂ ਸਰਕਾਰੀ ਹੁਕਮ ਹੁੰਦੇ ਨੇ, ਉਹ ਕੀ ਕਰਨਗੇ, ਉਹ ਮਜਬੂਰ ਹੁੰਦੇ ਨੇ। ਡਾਇਰੈਕਟਰ ਦੀ ਕੋਈ ਗੱਲ ਨਹੀਂ ਹੈਗੀ। ਬਾਕੀ ਦੇਖੋ ਇਹ ਹਾਲਾਤ ਲੋਕਾਂ ਨੇ ਚਲੋ ਜੀ ਇਹਨਾਂ ਦੀਆਂ ਗੱਲਾਂ ਝੂਠ ਫਰੇਬ ਤੇ ਫਿਰ ਵਿਸ਼ਵਾਸ ਕੀਤਾ ਤੇ ਹੋਰ ਬੇੜਾ ਗਰਕ ਹੋ ਗਿਆ। ਪਹਿਲੇ ਰੋਂਦੇ ਕੁਰਲਾਉਂਦੇ ਸਨ, ਹੁਣ ਲੋਕਾਂ ਨੂੰ ਸਪਸ਼ਟ ਪਤਾ ਲੱਗ ਗਿਆ ਵੀ ਕਰੋੜ ਰੁਪਏ ਦੇ ਫਰਜ਼ੀ ਬਿੱਲ ਬਣਾ ਰਹੇ ਨੇ, ਕਰੋੜ ਰੁਪਏ ਦੀਆਂ ਫਰਜ਼ੀ ਕਿਤਾਬਾਂ ਛਾਪ ਰਹੇ ਨੇ, ਕਰੋੜਾਂ ਰੁਪਈਏ ਇਹ ਕੱਢ ਰਹੇ ਨੇ। ਇਹਨਾਂ ਦੇ ਆਪਣੇ ਮੈਂਬਰ ਬੋਲ ਰਹੇ ਨੇ ਬਈ ਸਕੂਲਾਂ ਦੇ ਵਿੱਚੋਂ ਇਹ 1 ਕਰੋੜ ਰੁਪਇਆ ਕੱਢ ਕੇ ਲੈ ਗਏ ਨੇ। ਉਹ ਬਰਾੜ ਮੈਂਬਰ ਹੈਗਾ, ਸੋਸ਼ਲ ਮੀਡੀਆ 'ਤੇ ਆਈ ਹੋਈ ਹੈ। ਉਹ ਤਾਂ ਅਕਾਲੀ ਦਲ ਦੀ ਸੈਂਟਰਲ ਲੀਡਰਸ਼ਿਪ 'ਤੇ ਦੋਸ਼ ਲਾ ਰਿਹਾ ਹੈ। ਬੜਾ ਸੀਨੀਅਰ ਲੀਡਰ ਹੈ ਜੀ, ਉਹ 15 ਲੱਖ ਰੁਪਇਆ ਲੈ ਗਿਆ ਜੀ, 25 ਲੱਖ ਰੁਪਇਆ। ਇੱਦਾਂ ਦੇ ਦੋਸ਼ਾਂ ਤੱਕ ਹੀ ਰਹਿ ਜਾਂਦੇ, ਅੱਗੇ ਕੋਈ ਕਾਰਵਾਈ ਨਹੀਂ ਹੋ ਪਾਉਂਦੀ। ਦੇਖੋ ਨਾ ਪਤਾ ਲੱਗਦਾ ਕਿ ਫਿਰ ਕਿੰਨੇ ਕੀ ਕੀਤਾ। ਜੇ ਸੰਗਤ ਨੇ ਸਾਨੂੰ ਮੌਕਾ ਦਿੱਤਾ ਤੇ ਤੁਹਾਡੇ ਨਾਲ ਸਾਡੀ ਕਮਿਟਮੈਂਟ ਹੈਗੀ, ਦੇ ਵਿਲ ਬੀ ਬਰਾਟ ਟੂ ਬੁੱਕ। ਇਹ ਬਿਲਕੁਲ ਸੰਗਤ ਦੇ ਸਾਹਮਣੇ ਇਹ ਪਰਦੇ ਫਾਸ਼ ਹੋਣਗੇ ਔਰ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ। ਅੱਛਾ, ਇਸ ਟਾਈਮ ਜਿਹੜਾ ਐਜੂਕੇਸ਼ਨ ਜਾਂ ਸਕੂਲਾਂ ਦਾ ਸਭ ਤੋਂ ਵੱਡਾ ਮੁੱਦਾ ਹੈ, ਸਾਰੇ ਜਿਹੜੇ ਦਿੱਲੀ ਦੇ ਸਿੱਖ ਹੈ ਜਾਂ ਬਾਹਰ ਦੇ ਸਿੱਖ ਵੀ ਉਹ ਉਸ ਦੇ ਬਾਰੇ ਬਹੁਤ ਚਿੰਤਿਤ ਹੈ। ਅਗਰ ਮਤਲਬ ਤੁਹਾਨੂੰ, ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਤੁਹਾਨੂੰ ਸੇਵਾ ਮਿਲਦੀ, ਤੇ ਇਹਨਾਂ ਦੀ ਜਿਹੜਾ ਮੁੜ ਵਕਾਰ ਕਿਸ ਤਰ੍ਹਾਂ ਬਹਾਲ ਕੀਤਾ ਜਾਏਗਾ, ਕਿਉਂਕਿ ਕ੍ਰਾਈਸਿਸ ਬਹੁਤ ਜ਼ਿਆਦਾ ਆ ਚੁੱਕਾ ਹੈ। ਦੇਖੋ ਜੀ ਤੁਹਾਡੇ ਅੰਦਰ ਕ੍ਰਾਈਸਿਸ ਤੇ ਇਹ ਜਿਹਾ ਹੈਗਾ ਵੀ ਅਸੀਂ ਬਿਲਕੁਲ ਦੀਆ ਜਿਵੇਂ ਬੁੱਝਣ ਦੇ ਕਿਨਾਰੇ 'ਤੇ ਪਹੁੰਚਿਆ ਹੁੰਦਾ, ਉਹ ਜਿਹੇ ਹਿਸਾਬ ਤਾਂ ਬਣੇ ਹੋਏ ਨੇ। ਬੜੀ ਤਰਸਯੋਗ ਹਾਲਤ ਹੈਗੀ। ਉਹਨਾਂ ਸਿੱਖਾਂ ਨੇ ਜਿਨ੍ਹਾਂ ਨੇ ਇਹ ਸਕੂਲ ਸ਼ੁਰੂ ਕੀਤੇ ਸਨ,
ਅਸੀਂ ਉਹਨਾਂ ਦੇ ਸੁਪਨਿਆਂ ਨੂੰ ਨਾ ਚੂਰ ਚੂਰ ਕੀਤਾ ਹੈਗਾ। ਔਰ ਸਾਡਾ ਅਗਲਾ ਪ੍ਰੋਗਰਾਮ ਹੀ ਮੇਨ ਥਰਸਟ ਜਿਹੜਾ ਹੈਗਾ ਸਾਡਾ ਐਜੂਕੇਸ਼ਨ ਦੇ ਉੱਪਰ ਹੋਏਗਾ ਔਰ ਮੈਡੀਕਲ ਦੇ ਉੱਪਰ ਹੋਏਗਾ। ਅਸੀਂ ਸਾਰੇ ਸਕੂਲਾਂ ਦੇ ਜਦ ਤੱਕ ਅਸੀਂ ਤਨਖਾਹ ਨਹੀਂ ਦਿਆਂਗੇ ਟੀਚਰ ਪੜ੍ਹਾਏਗੀ ਕੀ। ਅੱਜ ਦੇਖੋ ਕੋਈ ਵੀ ਚੀਜ਼ ਅੱਜ ਬਲੈਕ ਬੋਰਡ ਦੀ ਜਗ੍ਹਾ ਸਕੂਲਾਂ ਦੇ ਵਿੱਚ ਵਾਈਟ ਬੋਰਡ ਆ ਚੁੱਕੇ ਨੇ, ਕੰਪਿਊਟਰਾਈਜ਼ਡ ਪੜ੍ਹਾਈਆਂ ਹੋ ਗਈਆਂ ਨੇ। ਇਹ ਸਾਰੀਆਂ ਚੀਜ਼ਾਂ ਸਾਨੂੰ ਚਾਹੀਦੀਆਂ ਹੈਗੀਆਂ। ਸਾਡੇ ਕੋਲ ਤਾਂ ਚਾਕ ਖਰੀਦਣ ਦੇ ਇਸ ਵਕਤ ਪੈਸੇ ਨਹੀਂ ਹੈਗੇ। ਇਹ ਸਾਰੀਆਂ ਚੀਜ਼ਾਂ ਅਸੀਂ ਠੀਕ ਕਰਾਂਗੇ। ਅਸੀਂ ਈ ਐਜੂਕੇਸ਼ਨ ਵਿੱਚ ਜ਼ੋਰ ਦਿਆਂਗੇ। ਔਰ ਸਭ ਤੋਂ ਵੱਡੀ ਗੱਲ ਹੈ ਅਸੀਂ ਪੜ੍ਹਾਈ ਨੂੰ ਉੱਪਰ ਜਾਣ ਵਾਸਤੇ ਜਿਹੜੀਆਂ ਪ੍ਰੈਜ਼ੈਂਟ ਟੀਚਰਸ ਹੈਗੀਆਂ ਇਹਨਾਂ ਦੀ ਵੀ ਅੱਗੋਂ ਸਿਖਲਾਈ ਦਾ ਅਸੀਂ ਪ੍ਰਬੰਧ ਕਰਾਂਗੇ ਵੀ ਤਾਂ ਕਿ ਜਿਹੜੀਆਂ ਨਵੀਆਂ ਟੈਕਨੀਕਸ ਆ ਚੁੱਕੀਆਂ ਨੇ ਉਸ ਮੁਤਾਬਕ ਇਹ ਬੱਚਿਆਂ ਨੂੰ ਪੜ੍ਹਾ ਸਕਣ। ਅੱਛਾ, ਉਹ ਜਿਹੜੇ ਬਾਦਲ ਪਾਰਟੀ ਜਿਹੜੀ ਇਲੈਕਸ਼ਨ ਲੜ ਰਹੀ ਹੈ ਉਹ ਕਹਿ ਰਹੀ ਕਿ ਸਾਡੇ ਕੋਲ ਵੀ ਉਪਲਬਧੀਆਂ ਦੀ ਬੜੀ ਵੱਡੀ ਲਿਸਟ ਹੈ, ਜਿਸ ਤਰ੍ਹਾਂ ਹਸਪਤਾਲ ਹੋ ਗਿਆ, ਡਾਇਲਸਿਸ ਕੇਂਦਰ ਹੈ, MRI ਹੈ, ਕਿਸਾਨਾਂ ਦੀਆਂ ਜ਼ਮਾਨਤਾਂ ਹੈ, ਇਹ ਸਾਰੇ ਉਹ ਕਰਕੇ ਕਹਿ ਰਹੇ ਸਾਡੇ ਕੋਲ ਤਾਂ ਬਹੁਤ ਵੱਡੀ ਲਿਸਟ ਹੈਗੀ ਹੈ। ਅੱਛਾ, ਤੇ ਤੁਸੀਂ ਮੈਨੂੰ ਤੇ ਪਤਾ ਹੀ ਨਹੀਂ ਸੀ ਜੀ। ਮੈਂ ਤੇ ਦੇਖੋ ਜੀ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਬੜੇ ਮਕਾਰ ਤੇ ਝੂਠੇ ਵੇਖੇ ਨੇ। ਇਹ ਹਸਪਤਾਲ ਤੋਂ ਇਹ ਆ ਗਏ ਨੇ ਇੱਕ ਡਾਇਲਿਸਿਸ ਸੈਂਟਰ ਤੇ, ਇਹਨਾਂ ਨੇ NGO ਨੂੰ ਉਹ ਸੌਂਪਿਆ ਹੋਇਆ ਹੈ, ਉਹਦਾ ਪੈਸਾ ਉਹ ਖਾ ਰਿਹਾ ਹੈ। ਕੁਝ ਪੈਸਾ ਜਿਹੜਾ ਬਚਦਾ ਹੈ ਉਹ ਆਊਟ ਆਫ ਬੁੱਕਸ ਇਹਨਾਂ ਦੀਆਂ ਪਾਕਟ 'ਚ ਜਾ ਰਿਹਾ। ਜਿਹੜਾ ਇੱਕ ਮਿੰਟ ਮੈਂ ਥੋੜ੍ਹਾ ਜਿਹਾ ਨਾਲ ਹੀ ਕਰਨਾ ਕਿ ਜਿਹੜਾ NGO ਜਿਹੜਾ ਤੁਸੀਂ ਗੱਲ ਕੀਤੀ ਹੈ ਉਹਦੇ ਨਾਲ ਜਿਹੜਾ ਇਕਰਾਰਨਾਮਾ ਜਿਹੜਾ ਤੁਸੀਂ ਕੀਤਾ ਸੀ ਤੇ ਉਸ ਵੇਲੇ ਉਹਦੇ ਵਿੱਚ ਕੀ ਫਰਕ ਹੈ? ਸਾਡਾ ਜਿਹੜਾ ਇਕਰਾਰਨਾਮਾ ਸੀ ਉਹ ਬਿਲਕੁਲ ਵਾਈਟ ਪੇਪਰ ਦੇ ਉੱਪਰ ਸੀ ਵੀ ਅਸੀਂ 4% 4.5% ਸੇਲ ਦੇ ਉੱਪਰ ਕਮਿਸ਼ਨ ਲੈਣੀ ਹੈ ਦਿੱਲੀ ਗੁਰਦੁਆਰਾ ਕਮੇਟੀ ਨੇ, ਪ੍ਰੋਫਿਟ ਉੱਪਰ ਨਹੀਂ ਲੈਣੀ। ਜੋ ਤੁਹਾਡੀ ਸੇਲ ਦੀ ਬੁਕਿੰਗ ਹੋਏਗੀ ਜਿੰਨਾ ਤੁਹਾਨੂੰ ਪੈਸਾ ਹੈਗਾ ਉਹ ਅਸੀਂ ਉਸ ਦੇ ਵਿੱਚ ਅਸੀਂ ਕਮਿਸ਼ਨ ਲੈਣੀ ਹੈ। ਉਸ ਕਮਿਸ਼ਨ ਦੇ ਵਿੱਚ ਮਨੀ ਗਰੰਟੀ 30 ਸਾਲ ਦੀ ਸੀ 550 ਕਰੋੜ, ਪ੍ਰੋਜੈਕਸ਼ਨ ਸਨ ਪੈਸਾ ਆਉਣ ਦੀਆਂ 850 ਕਰੋੜ, ਇਤਨਾ ਪੈਸਾ ਆਉਣਾ ਸੀ। ਇਹ ਦੱਸਣ ਇਹਨਾਂ ਨੇ 1/4 ਹਸਪਤਾਲ ਦੇ ਦਿੱਤਾ, ਇਹਨਾਂ ਕੋਲ ਪ੍ਰੋਜੈਕਸ਼ਨ ਸਕੀਮ ਪੈਸਾ ਕਿੱਥੋਂ ਆਏਗਾ, ਕਿੰਨਾ ਆਏਗਾ? ਦੱਸੋ, ਕੁਝ ਇਹਨਾਂ ਨੇ ਦੱਸਿਆ ਤੁਹਾਨੂੰ? ਤੁਸੀਂ ਪੱਤਰਕਾਰ ਹੋ, ਕੋਸ਼ਿਸ਼ ਕਰੋ ਸ਼ਾਇਦ ਤੁਹਾਨੂੰ ਦੱਸ ਦੇਣ, ਇਹ ਨਹੀਂ ਦੱਸਣਗੇ। ਨਹੀਂ, ਉਹ ਜਿਹੜਾ ਤੁਹਾਡਾ ਟਰਸਟ ਦਾ ਇਸ਼ੂ ਹੋਇਆ ਸੀ ਉਹ ਕਹਿ ਰਹੇ ਸੀ ਕਿ ਉਸ 'ਚ ਇਹਨਾਂ ਨੇ ਫੈਮਿਲੀ ਟਰਸਟ ਬਣਾਤਾ ਹੈ। ਕੀ ਹੈਗਾ ਸੀ ਫੈਮਿਲੀ? ਦੱਸੋ ਕੌਣ ਹੈਗਾ? ਮੇਰਾ ਪੁੱਤਰ ਹੈਗਾ, ਪ੍ਰਧਾਨ ਸੀ ਇੱਕ, ਉਹ ਜਦ ਤੱਕ ਪ੍ਰਧਾਨ ਹੈ ਤਦ ਤੱਕ ਮੈਂਬਰ ਹੈ, ਉਸ ਤੋਂ ਬਾਅਦ ਛੁੱਟੀ। ਹੋਰ ਮੇਰੀ ਕਿਹੜਾ ਕੋਈ ਭੂਆ ਦਾ ਪੁੱਤਰ ਹੈ, ਕੌਣ ਹੈ? ਜਿਹੜੇ ਵਿੱਚ ਹਨ ਉਹਨਾਂ ਨੂੰ ਤੁਸੀਂ ਵੀ ਕਾਲਜਾਂ ਦੀਆਂ ਚੇਅਰਮੈਨੀਆਂ ਦਿੱਤੀਆਂ ਹੋਈਆਂ ਨੇ। ਅੱਛਾ, ਜਿਹੜੇ ਤੁਹਾਡੇ ਟਰਸਟ ਵਾਲੇ ਸੀ ਉਹਨਾਂ ਨੂੰ ਇਹਨਾਂ ਨੇ ਦਿੱਤੀ ਚੇਅਰਮੈਨੀਆਂ ਦਿੱਤੀਆਂ ਹੋਈਆਂ ਨੇ। ਇਹਦੇ ਵਿੱਚ ਦੇਖੋ ਗੱਲ ਇਹ ਹੈਗੀ, ਇਹਨਾਂ ਨੇ ਕਦੀ ਸੱਚ ਬੋਲਣਾ ਸਿੱਖਿਆ ਨਹੀਂ। ਕੁਫਰ ਔਰ ਝੂਠ ਬੋਲ ਬੋਲ ਕੇ ਇਹਨਾਂ ਨੇ ਗੁਰਦੁਆਰਾ ਕਮੇਟੀਆਂ ਹੱਥੀਆਂ ਆਈਆਂ ਨੇ। ਪਹਿਲੀ ਇਲੈਕਸ਼ਨ ਦੇ ਵਿੱਚ ਇਹ ਵੇਚ ਗਏ। ਦੂਸਰੀ ਇਲੈਕਸ਼ਨ ਜੀ ਇਹਨਾਂ ਨੇ ਜੀ ਆਪਣਾ ਜੀ ਉਹ ਇਹਨਾਂ ਦੇ ਮੁਕੱਦਮਾ ਚੱਲ ਰਿਹਾ ਜੀ, ਫੇਕ ਮੁਕੱਦਮਾ, ਔਰ ਉਹ ਮੁਕੱਦਮਾ ਖਾਰਜ ਵੀ ਹੋ ਗਿਆ। ਇਹਨਾਂ ਨੇ ਫਿਰ ਵੀ ਸ਼ਰਮ ਨਹੀਂ ਆਈ, ਇਹਨਾਂ ਨੂੰ ਸ਼ਰਮ ਚਾਹੀਦੀ ਸੀ। ਇਹ ਪਬਲਿਕਲੀ ਮਾਫੀ ਮੰਗਦੇ। ਬੰਗਲਾ ਸਾਹਿਬ ਬਾਲਾ ਪ੍ਰੀਤਮ ਦਵਾਖਾਨਾ ਖੁੱਲਿਆ, ਬਹੁਤ ਪੱਛਮੀ ਬਿਹਾਰ ਵੀ ਖੁੱਲਿਆ, ਸਸਤੀਆਂ ਦਵਾਈਆਂ ਦੇ ਰਿਹਾ, ਕਿ ਇਹ ਠੀਕ ਨਹੀਂ? ਦੇਖੋ ਗੱਲ ਇਹ ਹੈਗੀ ਬਈ ਕੱਪੜਾ, ਦਵਾਈ, ਸਮਾਨ ਹਰ ਤਰ੍ਹਾਂ ਦੀ ਕੁਆਲਿਟੀ ਦਾ ਬਾਜ਼ਾਰ 'ਚ ਵਿਕਦਾ ਹੈ। ਤੁਸੀਂ ਕੱਪੜਾ 500 ਰੁਪਏ ਮੀਟਰ ਲੈ ਲਓ, 1000 ਰੁਪਏ ਮੀਟਰ ਲੈ ਲਓ, 2000 ਰੁਪਏ ਮੀਟਰ ਲੈ ਲਓ, ਤੁਸੀਂ 10 ਰੁਪਏ ਮੀਟਰ ਲੈ ਲਓ। ਇਹ ਦਵਾਈਆਂ ਜਿਹੜੀਆਂ ਕੁਝ ਸਾਡੀਆਂ ਸਾਲਟ ਕੋਈ ਹੁੰਦੇ ਨੇ ਉਹ ਸਸਤੀਆਂ ਸਾਡੇ ਵਜ਼ੀਰਪੁਰ ਇੰਡਸਟਰੀਅਲ ਏਰੀਆ ਵਿੱਚ ਵੀ ਬਣਦੀਆਂ ਨੇ। ਜਿਹੜੀ ਅੱਛੀ ਕੰਪਨੀ ਦੀ ਦਵਾਈ ਹੈ ਉਹ 10 ਰੁਪਏ ਦੀ, 20 ਰੁਪਏ ਦੀ ਗੋਲੀ ਹੈ। ਮੈਂ ਹੁਣ ਸ਼ੂਗਰ ਦੀ ਗੋਲੀ ਖਾਂਦਾ, ਉਹ 100 ਰੁਪਏ ਦੀ ਗੋਲੀ ਹੈ। ਆਮ ਸ਼ੂਗਰ ਦੀ ਗੋਲੀ 10 ਰੁਪਏ ਦੀ ਹੈ, 5 ਰੁਪਏ ਦੀ ਹੈ। ਇਹ ਜਿਹੋ ਜਿਹੀ ਕੁਆਲਿਟੀ ਤੁਸੀਂ ਦੇਖੋ ਚੱਲੇ ਕਿੱਥੇ ਹੋ। ਮੈਂ ਸ਼ੁਰੂ ਹੁੰਦਾ ਵੀ ਹਸਪਤਾਲ ਤੋਂ ਚੱਲ ਕੇ ਤੁਸੀਂ ਦਵਾਈਆਂ ਦੀਆਂ ਦੁਕਾਨਾਂ 'ਤੇ ਆ ਗਏ। ਪਰ ਉਹ ਕਰੇ ਇਹਦੇ ਨਾਲ ਲੋਕਾਂ ਨੂੰ 10-10 ਹਜ਼ਾਰ ਦਾ ਫਾਇਦਾ ਹੋ ਰਿਹਾ। 10-10 ਹਜ਼ਾਰ ਰੁਪਏ ਦਾ ਫਾਇਦਾ ਹੋ ਰਿਹਾ ਇੱਕ ਪਰਿਵਾਰ ਨੂੰ, ਮਤਲਬ ਉਹਨਾਂ ਦੀ ਦਵਾਈਆਂ ਕਾਫੀ ਮਹਿੰਗੀਆਂ ਆਉਂਦੀਆਂ ਸੀ, ਦਵਾਈਆਂ ਸਸਤੀਆਂ। ਲੱਖ ਰੁਪਏ ਦੀ ਉਹ ਦਵਾਈ ਮਹੀਨੇ ਦੀ ਖਰੀਦਣ ਤੇ ਤਾਂ ਹੀ 10,000 ਰੁਪਏ ਦਾ ਫਾਇਦਾ ਹੋਏਗਾ ਨਾ ਜੀ। 80,000 ਰੁਪਏ ਦੀ ਤੁਹਾਨੂੰ ਕਿਵੇਂ ਪਤਾ ਲੱਗਿਆ? ਉਹ 80,000 ਰੁਪਏ ਦੀ ਦਵਾਈ ਖਰੀਦਦੇ ਸਨ ਤੇ ਉਹਨਾਂ ਨੂੰ 10,000 ਦਾ ਫਾਇਦਾ ਹੋ ਗਿਆ। ਤੁਸੀਂ ਕਹਿ ਰਹੇ ਹੋ ਜੀ 20% 25% ਦਵਾਈਆਂ ਸਸਤੀਆਂ ਨੇ, ਤੇ ਇਹਦਾ ਮਤਲਬ 70-80 ਹਜ਼ਾਰ। ਮੇਰੀ ਰੋਜ਼ ਦੀ ਇਤਨੀ ਹੈਵੀ ਮੈਡੀਕੇਸ਼ਨ ਹੈਗੀ ਤਾਂ ਵੀ ਮੈਂ 1000 ਰੁਪਏ ਦੀ ਰੋਜ਼ ਦਵਾਈ ਨਹੀਂ ਖਰੀਦਦਾ। ਅੱਛਾ, ਚਲੋ ਜਿੰਨੀਆਂ ਵੀ ਸਸਤੀਆਂ ਹੋਣ, ਲੇਕਿਨ ਉਹ ਕਹਿ ਰਹੇ ਜਿਹੜਾ ਪੱਛਮੀ ਬਿਹਾਰ ਦਵਾਖਾਨਾ ਖੁੱਲ੍ਹਾ ਇਹਨੂੰ ਤੁਸੀਂ ਬੰਦ ਕਰਨ ਦੀ ਐਪਲੀਕੇਸ਼ਨ ਲਾਈ ਸੀ। ਨਾ, ਦੇਖੋ ਮੇਰੀ ਗੱਲ ਸੁਣੋ, ਸਾਡੀ ਕੋਈ ਐਪਲੀਕੇਸ਼ਨ ਨਹੀਂ। ਤੂੰ ਹੁਣ
ਮੁਫਤ ਲੰਗਰ ਵੰਡ ਰਿਹਾ ਹੈ, ਗੁਰਦੁਆਰੇ ਦੀਆਂ ਵੈਨਾਂ ਇਸਤੇਮਾਲ ਕਰ ਰਿਹਾ ਹੈ, ਇਲੈਕਸ਼ਨ ਅਨਾਉਂਸ ਹੋ ਚੁੱਕੇ ਨੇ, ਤੂੰ ਪਹਿਲੇ ਖੋਲ। ਹੁਣ ਇਹ ਆਚਾਰ ਸੰਹਿਤਾ ਦਾ ਉਲੰਘਣ ਹੈਗਾ, ਤੂੰ ਹੁਣ ਕੁਝ ਵੀ ਨਹੀਂ ਕਰ ਸਕਦਾ, ਤੂੰ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ। ਅੱਛਾ, ਤੁਸੀਂ ਚੋਣ ਜ਼ਾਬਤੇ ਦੀ ਉਲੰਘਣਾ ਦੇ ਖਿਲਾਫ ਕੰਪਲੇਂਟ ਦਿੱਤੀ ਸੀ। ਅਸੀਂ ਚੋਣ ਜ਼ਾਬਤੇ ਦੀ ਉਲੰਘਣਾ ਦੀ ਗੱਲ ਕੀਤੀ। ਦਵਾਖਾਨੇ ਕਿ ਤੂੰ ਜਿਤਨੇ ਮਰਜ਼ੀ ਹੋਰ ਖੋਲ, ਆਪਣੇ ਪੈਸਿਆਂ ਤੋਂ ਖੋਲਣਾ ਮਜ਼ਾ ਵੀ ਆਵੇ। ਤੂੰ ਹਜ਼ਾਰਾਂ ਕਰੋੜ ਰੁਪਏ ਦਾ ਮਾਲਕ ਹੈ, ਕੁਝ ਆਪਣੇ ਕੋਲੋਂ ਵੀ ਦੇ, ਹੱਥੋਂ ਛੁਆ ਨਾ ਕੁਝ। ਤੂੰ ਲੰਗਰ ਲਾਇਆ, ਤੂੰ ਦੱਸ, ਤੂੰ 2 ਰੁਪਏ ਵੀ ਆਪਣੇ ਕੋਲੋਂ ਖਰਚੇ, ਪੈਸਾ ਸੰਗਤ ਦਾ, ਵਾਈ ਤੇਰੀ। ਜ਼ਮਾਨਤਾਂ ਕਿਸਾਨ ਮੋਰਚੇ ਦੇ ਵਕੀਲ ਕਰਾ ਰਹੇ ਨੇ, ਫੋਟੋਆਂ ਤੂੰ ਖਿਚਾ ਰਿਹਾ ਹੈ। ਹੁਣ ਤੇ ਉਹਨਾਂ ਦੇ ਬਿਆਨ ਵੀ ਆ ਰਹੇ ਨੇ, ਦਰਸ਼ਨਪਾਲ ਦਾ ਵੀ, ਉਹਨਾਂ ਦੇ ਹੋਰ ਲੀਡਰਾਂ ਦਾ ਵੀ ਅਸੀਂ ਇਹ ਜੀ ਠੱਗੀ ਪੱਚੀ ਪਸੰਦ ਨਹੀਂ ਕਰਦੇ, ਸਾਡਾ ਕੋਈ ਲੈਣਾ ਦੇਣਾ ਨਹੀਂ। ਤੁਸੀਂ ਬਰਬਾਦੀ ਦੀਆਂ ਦਾਸਤਾਨਾਂ ਲਿਖਣ ਤੋਂ ਬਾਅਦ ਹੁਣ ਉਹਨਾਂ ਦੇ ਸਿਰ ਤੇ ਹੱਥ ਫੇਰ ਕੇ ਮਜ਼ਾਕ ਕਰਨਾ ਚਾਹੁੰਦੇ ਹੋ ਕਿਸਾਨਾਂ ਨਾਲ। ਤੇਰੀ ਜਿਹੜੀ ਵਡੇਰੀ ਹੈ ਹਰਸਿਮਰਤ ਕੌਰ ਬਾਦਲ ਹੈ, ਉਸਨੇ ਕੈਬਨਿਟ ਵਿੱਚ ਪਾਸ ਕੀਤਾ ਕਿਸਾਨਾਂ ਦੇ ਖਿਲਾਫ ਬਿੱਲ, ਹੈ ਦਸਤਖਤ ਕੀਤੇ ਹੋਏ। ਜਦ ਉਹਨੇ ਵਿਰੋਧ, ਫਿਰ ਇਹ ਮਨਾਉਣ ਗਈ ਹੈ, ਦੇਖੋ ਜੀ ਇਹ ਬਿੱਲ ਬੜਾ ਵਧੀਆ ਹੈ। ਫਿਰ ਜਦ ਲੋਕਾਂ ਨੇ ਵਿਰੋਧ ਕੀਤਾ ਕਿਸਾਨਾਂ ਨੇ, ਇਹਨਾਂ ਨੇ ਕਹਿੰਦਾ ਸਾਡੀ ਤੇ ਅੱਗੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਇਹ 65 ਤੋਂ 14 ਤੇ ਆ ਗਏ। ਹੁਣ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਇਹ 14 ਤੋਂ ਆ ਜਾਣਗੇ 2 ਤੇ। ਅੱਛਾ, ਜਿਹੜੀ ਦਿੱਲੀ ਗੁਰਦੁਆਰਾ ਇਲੈਕਸ਼ਨ ਹੈ, ਤੁਸੀਂ ਹਰ ਵਾਰੀ 46 ਸੀਟਾਂ ਤੇ ਲੜਦੇ ਸੀ ਪੂਰੀਆਂ, ਹੁਣ ਤੁਸੀਂ ਇਹ 33 ਤੇ ਲੜ ਰਹੇ ਹੋ। ਇਹ ਅਸੀਂ 34 ਤੇ ਲੜ ਰਹੇ ਹਾਂ। ਇਸ ਵਿੱਚ ਭਾਈ ਸਾਹਿਬ ਰਣਜੀਤ ਸਿੰਘ ਹੋਰਾਂ ਨਾਲ ਸਾਡਾ ਸਮਝੌਤਾ ਹੋਇਆ ਹੈ। ਇਹ ਸਮਝੌਤਾ ਠੀਕ ਹੋਇਆ ਹੈ, ਕਿਉਂਕਿ ਸਾਡਾ ਜਿਹੜਾ ਮੁੱਖ ਮੰਤਵ ਹੈਗਾ ਔਰ ਪੰਜਾਬ ਦੀਆਂ ਧਾਰਮਿਕ ਤਨਜ਼ੀਮਾਂ ਦਾ ਜੋ ਮੰਤਵ ਹੈਗਾ ਉਹ ਇਹੀ ਹੈਗਾ ਵੀ ਇਹਨਾਂ ਬਾਦਲਾਂ ਨੂੰ ਦਿੱਲੀ 'ਚੋਂ ਬਾਹਰ ਕੱਢੋ। ਇਹ ਜਦ ਤੱਕ ਦਿੱਲੀ ਦੇ ਸਿੱਖ ਤੁਸੀਂ ਆਜ਼ਾਦ ਬਾਦਲਾਂ ਕੋਲ ਨਹੀਂ ਕਰਵਾਓਗੇ, ਦਿੱਲੀ ਦੇ ਗੁਰਦੁਆਰਿਆਂ ਦੀ, ਦਿੱਲੀ ਦੇ ਸਿੱਖਾਂ ਦੀ ਗਤੀ ਨਹੀਂ ਹੋਣੀ। ਅਸੀਂ ਦਿੱਲੀ ਦੇ ਫੈਸਲੇ ਦਿੱਲੀ ਦੇ ਸਿੱਖ ਕਰਨ, ਇਹ ਸਾਡਾ ਮੁੱਖ ਮੰਤਵ ਹੈਗਾ। ਦਿੱਲੀ ਦੇ ਫੈਸਲੇ ਚੰਡੀਗੜ੍ਹੋਂ ਕਰਨ ਜਾਂ ਹੋਰ ਆਪਣੇ ਜਾ ਕੇ ਲੰਬੀ ਤੋਂ ਕਰਨ, ਉਹ ਸਾਨੂੰ ਮਨਜ਼ੂਰ ਨਹੀਂ ਹੈਗਾ। ਇਹਨਾਂ ਨੇ ਕੌਮ ਨੂੰ ਬੜਾ ਰੋਲਿਆ ਬਾਦਲਾਂ ਨੇ, ਹੋਰ ਅਸੀਂ ਰੋਲਣ ਦੀ ਇਜਾਜ਼ਤ ਇਹਨਾਂ ਨੂੰ ਨਹੀਂ ਦੇ ਸਕਦੇ। ਜਿਸ ਮਕਸਦ ਵਾਸਤੇ ਤੁਸੀਂ ਇਹ ਅਲਾਇੰਸ ਦੀ ਗੱਲ ਕਰ ਰਹੇ ਹੋ, ਭਾਈ ਰਣਜੀਤ ਸਿੰਘ ਨਾਲ ਹੋਇਆ, ਤੇ ਇਹੀ ਮਕਸਦ ਤੇ ਉਹਦਾ ਮਨਜੀਤ ਸਿੰਘ ਜੀਕੇ ਦਾ ਵੀ ਹੈਗਾ, ਫਿਰ ਉਹਦੇ ਨਾਲ ਤੁਹਾਡੇ ਕਿਉਂ ਨਹੀਂ ਹੋ ਗਿਆ? ਨਹੀਂ, ਉਹ ਵੀ ਤਾਂ ਬਾਦਲਾਂ ਨੂੰ ਬਾਹਰ ਕੱਢਣ ਲੱਗ ਰਹੇ। ਨਹੀਂ ਹੋ ਸਕਿਆ, ਕਿਉਂਕਿ ਮਨਜੀਤ ਸਿੰਘ ਦੀ ਪ੍ਰਿਸ਼ਠਭੂਮੀ ਦੇ ਵਿੱਚ, ਉਹਦੇ ਪ੍ਰਬੰਧ ਦੇ ਵਿੱਚ ਵੀ ਦਾਗ ਹੈਗੇ, ਇਸ ਕਰਕੇ ਨਹੀਂ ਹੋ ਸਕਿਆ। ਅਸੀਂ ਨਹੀਂ ਹੋ ਸਕਿਆ ਕੰਮ। ਤੁਸੀਂ 1-2 ਸੀਟਾਂ ਛੋੜੀਆਂ ਵੀ? 1-2 ਸੀਟਾਂ ਸਾਡਾ ਇਹੀ ਮਕਸਦ ਹੈਗਾ, ਅਸੀਂ ਬਾਦਲਾਂ ਨੂੰ ਕੋਈ ਮੌਕਾ ਨਹੀਂ ਦੇਣਾ ਬਈ ਉਹ ਕਿਸੇ ਵੀ ਸੀਟ ਤੋਂ ਜਿੱਤ ਸਕਣ। ਅੱਛਾ ਸਰ, ਪਹਿਲੀ ਵਾਰ ਤੁਸੀਂ ਇਲੈਕਸ਼ਨ ਲੜ ਰਹੇ ਹੋ, ਇਹ ਮਤਲਬ ਹਰ ਵਾਰੀ ਪਰਮਜੀਤ ਸਿੰਘ ਜੀ ਨਾਲ ਲੜਦੇ ਹੋ, ਇਹਦੇ 'ਚ ਕੀ ਕਾਰਨ ਹੈ? ਨਹੀਂ, ਇਹ ਕਾਰਨ ਕੋਈ ਨਹੀਂ ਹੈਗਾ, ਕਾਰਨ ਇੱਕੋ ਹੀ ਹੈਗਾ ਬਈ ਪਰਮਜੀਤ ਸਿੰਘ ਸਰ ਨਾ ਸਾਰੀ ਦਿੱਲੀ ਨੂੰ ਦੇਖਣਗੇ। ਇਹ ਸਾਡੀ ਪਾਲਿਸੀ 6 ਮਹੀਨੇ ਪਹਿਲਾਂ ਬਣ ਚੁੱਕੀ ਸੀ ਬਈ ਪੰਜਾਬੀ ਬਾਗ ਨੂੰ ਮੈਂ ਰਿਪਰੈਜ਼ੈਂਟ ਕਰਾਂਗਾ, ਅਤੇ ਪਰਮਜੀਤ ਸਿੰਘ, ਹੁਣ ਮੈਂ ਪੰਜਾਬੀ ਬਾਗ ਤੋਂ ਬਾਹਰ ਨਹੀਂ ਨਿਕਲਦਾ, ਪਰਮਜੀਤ ਸਿੰਘ ਪੰਜਾਬੀ ਬਾਗ ਜਾਂਦਾ ਨਹੀਂ, ਉਹ ਸਾਰੀ ਦਿੱਲੀ 'ਚ ਜਾਂਦੇ ਪਏ ਨੇ। ਅੱਛਾ ਸਰਨਾ ਸਾਹਿਬ, ਲਾਸਟ ਤੇ ਤੁਸੀਂ ਦਿੱਲੀ ਦੇ ਸਿੱਖ ਵੋਟਰਾਂ ਨੂੰ ਇਹ ਸਾਡੇ ਮਾਧਿਅਮ ਰਾਹੀਂ ਤੁਸੀਂ ਕੀ ਅਪੀਲ ਕਰਨਾ ਚਾਹੋਗੇ? ਮੈਂ ਅਪੀਲ ਕਰਨਾ ਚਾਹਾਂਗਾ ਦਿੱਲੀ ਦੇ ਵੋਟਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਬੜਾ ਨੁਕਸਾਨ ਹੋ ਚੁੱਕਾ ਹੈ, ਸਾਡੀ ਹਰ ਪਿਲਰ ਇਹਨਾਂ ਨੇ ਢਾਹ ਦਿੱਤਾ ਹੈ। ਐਜੂਕੇਸ਼ਨ, ਹੈਲਥ, ਹਸਪਤਾਲ ਨਹੀਂ ਬਣਨ ਦਿੱਤਾ, ਸਕੂਲ ਬਰਬਾਦ ਕਰਤੇ, ਕਾਲਜ ਸਾਡੇ ਹਾਇਰ ਐਜੂਕੇਸ਼ਨ ਦੇ ਬਰਬਾਦ ਕਰਤੇ, ਸੰਗਤ ਰੋਂਦੀ ਪਈ ਹੈ, ਮੁਲਾਜ਼ਮ ਰੋਂਦੇ ਪਏ ਨੇ, ਉਹਨਾਂ ਨੂੰ ਤਨਖਾਹਾਂ ਕੋਈ ਨਹੀਂ। 8-8 ਸਾਲ ਹੋ ਗਏ ਨੇ, ਕੋਈ ਅੰਮ੍ਰਿਤ ਸੰਚਾਰ ਵੀ ਨਹੀਂ ਹੋਇਆ। 8 ਸਾਲ ਤੋਂ ਦਿੱਲੀ ਗੁਰਦੁਆਰਾ ਕਮੇਟੀ ਨੇ ਅੰਮ੍ਰਿਤ ਸੰਚਾਰ ਨਹੀਂ ਕੀਤਾ, ਬੜੀ ਤਰਸਯੋਗ ਹਾਲਤ ਹੈ। ਹੁਣ ਤੁਹਾਨੂੰ ਕਿੰਨੀ ਕੁ ਉਮੀਦ ਹੈ ਕਿ ਇਸ ਵਾਰੀ ਤੁਹਾਡੀਆਂ ਕਿੰਨੀਆਂ ਸੀਟਾਂ ਆ ਸਕਦੀਆਂ? ਮੈਂ ਇਸ ਬਾਰੇ ਕੋਈ ਭਵਿੱਖਬਾਣੀ ਨਹੀਂ ਕਰਦਾ, ਬਾਕੀ ਜੋ ਮੈਂ ਰੁਝਾਨ ਦੇਖ ਰਿਹਾ ਇਹ ਕਲੀਨ ਸਵੀਪ ਹੈਗੀ, ਇਹ ਕਲੀਨ ਸਵੀਪ ਹੈ। ਬਹੁਤ ਇਹ ਸਨ ਸਰਦਾਰ ਹਰਵਿੰਦਰ ਸਿੰਘ ਸਰਨਾ, ਜਿਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਰੁਝਾਨਾਂ ਦੇ ਮੁਤਾਬਿਕ ਇਸ ਵਾਰੀ ਬਿਲਕੁਲ ਕਲੀਨ ਸਵੀਪ ਲੱਗ ਰਿਹਾ ਹੈ। ਦਿੱਲੀ ਤੋਂ ਜਗਤਾਰ ਸਿੰਘ, ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ।
ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।